ਸਤਿ ਸ਼੍ਰੀ ਅਕਾਲ। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਹਾਸ਼ਮ ਸ਼ਾਹ ਦੁਆਰਾ ਰਚਿਤ ਕਿੱਸਾ ਸੱਸੀ ਪੁੰਨੂ ਦੇ ਭਾਗ 7 ਦੀ ਵਿਆਖਿਆ ਕਰਨ ਜਾ ਰਹੇ ਹਾਂ। ਪਿਛਲੇ ਵੀਡੀਓ ਦੇ ਵਿੱਚ ਅਸੀਂ ਚਰਚਾ ਕੀਤੀ ਸੀ ਕਿ ਕਿਸ ਤਰ੍ਹਾਂ ਜਦ ਸੱਸੀ ਪੁੰਨੂ ਦੀ ਭਾਲ ਦੇ ਵਿੱਚ ਘਰੋਂ ਤੁਰ ਪੈਂਦੀ ਹੈ ਤਾਂ ਭਿਆਨਕ ਮਰੁਸਤਲ ਦੇ ਵਿੱਚ ਭਟਕਦਿਆਂ ਹੋਇਆਂ ਬੜੀ ਦੁਸ਼ਵਾਰ ਹੁੰਦੀ ਹੈ। ਅਚਾਨਕ ਉਸ ਨੂੰ ਇੱਕ ਅਯਾਲੀ ਭੇਡਾਂ ਚਾਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਤੋਂ ਸਹਾਇਤਾ ਲੈਣ ਦੇ ਲਈ ਜਾਂ ਪੁੰਨੂ ਬਾਰੇ ਕੋਈ ਖਬਰਸਾਰ ਪੁੱਛਣ ਦੇ ਲਈ ਉਸ ਵੱਲ ਨੂੰ ਵੱਧਦੀ ਹੈ, ਪਰ ਉਸ ਦਾ ਭਿਆਨਕ ਰੂਪ ਦੇਖ ਕੇ ਅਯਾਲੀ ਦੂਰੋਂ ਹੀ ਉਸ ਨੂੰ ਕੋਈ ਮੁਸੀਬਤ ਜਾਂ ਆਫਤ ਸਮਝਦਾ ਹੋਇਆ ਲੁਕਦਾ ਹੋਇਆ ਦੂਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਉਸ ਤੋਂ ਬਾਅਦ ਜੋ ਸੱਸੀ ਦੀ ਮਨੋਸਥਿਤੀ ਹੈ ਉਸ ਨੂੰ ਬਿਆਨ ਕਰਦਿਆਂ ਹੋਇਆਂ ਕਵੀ ਲਿਖ ਰਿਹਾ ਹੈ ਕਿ ਕੂਕ ਪੁਕਾਰ ਨਿਰਾਸ਼ ਸੱਸੀ ਹੋ ਖੋਜ ਬੰਨੇ ਉੱਠ ਦੌੜੀ। ਜਦੋਂ ਅਯਾਲੀ ਦੂਰ ਦੂਰ ਭੱਜਦਾ ਜਾ ਰਿਹਾ ਹੈ ਤਾਂ ਨਿਰਾਸ਼ ਹੋ ਕੇ ਉਸ ਨੂੰ ਕੂਕ ਕੇ ਚਿਲਾ ਚਿਲਾ ਕੇ ਆਵਾਜ਼ਾਂ ਮਾਰਦੀ ਹੋਈ, ਕੂਕਦੀ ਹੋਈ, ਪੁਕਾਰਦੀ ਹੋਈ ਅੰਤ ਨਿਰਾਸ਼ ਹੋ ਜਾਂਦੀ ਹੈ ਜਦ, ਤਾਂ ਸੱਸੀ ਖੋਜ ਬੰਨੇ ਉੱਠ ਦੌੜੀ ਅਤੇ ਫਿਰ ਉਹ ਵਾਪਸ ਉਸ ਪੈੜ ਚਾਲ ਵੱਲ ਨੂੰ ਭੱਜ ਪੈਂਦੀ ਹੈ। ਦਿਲ ਵਿੱਚ ਸਾੜ ਥਲਾਂ ਦੀ ਆਤਸ਼ ਰੂਹ ਰੰਝਾਣੀ ਹੋੜੀ। ਕਵੀ ਕਹਿ ਰਿਹਾ ਹੈ ਕਿ ਇੱਕ ਤਾਂ ਉਸਦੇ ਦਿਲ ਦੇ ਵਿੱਚ ਜੋ ਹੈ ਬੜਾ ਵਿਛੋੜੇ ਦਾ ਦਰਦ ਉਸ ਨੂੰ ਤਪਾ ਰਿਹਾ ਹੈ, ਦੂਸਰਾ ਮਰੁਸਥਲ ਦੀ ਤਪਸ਼ ਹੈ ਅਤੇ ਜੋ ਆਤਿਸ਼ ਭਾਵ ਬਰੂਦ ਵਰਗੀ ਗਰਮੀ ਹੈ। ਰੂਹ ਰੰਝਾਣੀ ਹੋੜੀ, ਇਸ ਤਰ੍ਹਾਂ ਜੋ ਸੱਸੀ ਦੀ ਆਤਮਾ ਹੈ ਉਹ ਵੀ ਬੜੀ ਦੁਖੀ ਹੋ ਜਾਂਦੀ ਹੈ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਭਟਕਦੀ ਹੋਈ। ਪਿੱਛਾ ਦੇ ਚਲੀ ਸ਼ਹਿਜ਼ਾਦੀ ਜਾਣ ਲੱਗੀ ਫਿਰ ਕੌੜੀ। ਕਵੀ ਕਹਿ ਰਿਹਾ ਹੈ ਕਿ ਅੰਤ ਨਿਰਾਸ਼ ਹੋ ਕੇ ਸੱਸੀ ਦੇ ਜੋ ਸਾਹ ਸੱਤ ਹਨ ਉਹ ਮੁੱਕਦੇ ਜਾ ਰਹੇ ਹਨ। ਪਿੱਛਾ ਦੇ ਚਲੀ ਸ਼ਹਿਜ਼ਾਦੀ, ਇਸ ਤਰ੍ਹਾਂ ਕਵੀ ਕਹਿ ਰਿਹਾ ਹੈ ਕਿ ਸ਼ਹਿਜ਼ਾਦੀ ਸੱਸੀ ਜਿਹੜੀ ਹੈ ਉਹ ਹੁਣ ਜੀਵਨ ਤੋਂ ਨਿਰਾਸ਼ ਹੋ ਚੁੱਕੀ ਹੈ, ਭਾਵ ਉਸਦੇ ਜਿਉਣ ਦੇ ਆਸਾਰ ਜਿਹੜੇ ਨੇ ਉਹ ਖਤਮ ਹੁੰਦੇ ਨਜ਼ਰ ਆ ਰਹੇ ਹਨ। ਪਿੱਛਾ ਦੇ ਚਲੀ ਸ਼ਹਿਜ਼ਾਦੀ ਜਾਣ ਲੱਗੀ ਫਿਰ ਕੌੜੀ। ਹੁਣ ਉਸ ਨੂੰ ਜੋ ਹੈ ਆਪਣੀ ਜਾਨ ਜਿਉਣਾ ਵੀ ਭਾਵ ਕੌੜਾ, ਭਾਵ ਉਸ ਦੇ ਲਈ ਜਿਉਣ ਦਾ ਹੁਣ ਕੋਈ ਹੱਜ ਨਹੀਂ ਰਿਹਾ ਕਿਉਂਕਿ ਉਹ ਚਾਰ ਚੁਫੇਰਿਓਂ ਨਿਰਾਸ਼ ਹੋ ਚੁੱਕੀ ਹੈ। ਹਾਸ਼ਮ ਕੌਣ ਫਲਕ ਨੂੰ ਪਕੜੇ ਜਾਏ ਚੜੇ ਧਰ ਪੌੜੀ। ਹਾਸ਼ਮ ਸ਼ਾਹ ਕਵੀ ਕਹਿ ਰਿਹਾ ਹੈ ਭਾਵ ਜੋ ਇਨਸਾਨ ਦੀ ਵੱਸੋਂ ਬਾਹਰ ਦੀ ਗੱਲ ਹੈ ਉਸ ਨੂੰ ਪ੍ਰਾਪਤ ਕਰਨਾ ਜੋ ਹੈ, ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਦੋਂ ਸਫਲ ਨਹੀਂ ਹੋ ਸਕਦਾ ਉਸ ਨੂੰ ਪ੍ਰਾਪਤ ਕਰਨ ਦੇ ਲਈ, ਅਤੇ ਉਸ ਦੇ ਲਈ ਜੀਵਨ ਦਾ ਕੋਈ ਜਿਉਣ ਦਾ ਜ਼ਿੰਦਗੀ ਦਾ ਕੋਈ ਹੱਜ ਨਹੀਂ ਰਹਿ ਜਾਂਦਾ। ਹਾਸ਼ਮ ਕੌਣ ਫਲਕ ਨੂੰ ਪਕੜੇ ਜਾਏ ਚੜੇ ਧਰ ਪੌੜੀ, ਭਾਵ ਜਿਉਂਦੇ ਜੀ ਇਨਸਾਨ ਕੋਸ਼ਿਸ਼ਾਂ ਬੜੀਆਂ ਕਰਦਾ ਹੈ ਪਰ ਕੋਸ਼ਿਸ਼ ਨੂੰ ਜੋ ਹੈ ਬੂਰ ਜੇਕਰ ਨਾ ਪਵੇ, ਭਾਵ ਜਿਵੇਂ ਮਨੁੱਖ ਜੋ ਹੈ ਜੇ ਕੋਈ ਚਾਹੇ ਕਿ ਫਲਕ ਤੋਂ ਭਾਵ ਹੁੰਦਾ ਹੈ ਆਕਾਸ਼, ਜੇਕਰ ਆਕਾਸ਼ ਨੂੰ ਟਾਕੀ ਲਾਉਣਾ ਚਾਹੇ, ਆਕਾਸ਼ ਨੂੰ ਛੂਹਣਾ ਚਾਹੇ, ਆਕਾਸ਼ ਨੂੰ ਫੜਨਾ ਚਾਹੇ, ਆਪਣੇ ਕਲਾਵੇ ਵਿੱਚ ਭਰਨਾ ਚਾਹੇ, ਜਾਏ ਚੜੇ ਧਰ ਪੌੜੀ, ਅਤੇ ਇਹ ਇੰਨਾ ਸੁਖਾਲਾ ਕੰਮ ਨਹੀਂ ਹੈ ਕਿਉਂਕਿ ਕੋਈ ਅਜਿਹੀ ਪੌੜੀ ਨਹੀਂ ਹੈ ਜਿਸ ਨੂੰ ਧਰ ਕੇ ਆਕਾਸ਼ ਤੱਕ ਪੁੱਜਿਆ ਜਾ ਸਕੇ। ਉਸ ਦੇ ਲਈ ਜੋ ਹੈ ਬਹੁਤ ਸਾਰੀ ਹਿੰਮਤ, ਹੌਸਲੇ ਦੇ ਨਾਲ ਨਾਲ ਪ੍ਰਸਥਿਤੀਆਂ ਵੀ ਖੁਸ਼ਗਵਾਰ ਹੋਣੀਆਂ ਜ਼ਰੂਰੀ ਹਨ। ਸੱਸੀ ਦੇ ਵਿੱਚ ਹਿੰਮਤ ਸੀ, ਹੌਸਲਾ ਸੀ, ਪਰ ਜੋ ਪ੍ਰਸਥਿਤੀਆਂ ਸਨ ਉਹ ਨਾ ਖੁਸ਼ਗਵਾਰ ਸਨ, ਉਹ ਉਸ ਦੇ ਹੱਕ ਵਿੱਚ ਨਹੀਂ ਸਨ। ਇਸ ਲਈ ਜੋ ਹੈ ਉਸ ਦੀ ਸਫਲਤਾ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਓੜਕ ਵਕਤ ਕਹਿਰ ਦੀਆਂ ਕੂਕਾਂ ਸੁਣ ਪੱਥਰ ਢਲ ਜਾਵੇ। ਕਵੀ ਕਹਿ ਰਿਹਾ ਹੈ ਕਿ ਹੁਣ ਕਿਉਂਕਿ ਸੱਸੀ ਚਾਰ ਚੁਫੇਰਿਓਂ ਨਿਰਾਸ਼ ਹੋ ਚੁੱਕੀ ਹੈ, ਪੁੰਨੂ ਦਾ ਉਸ ਨੂੰ ਕੋਈ ਪਤਾ ਨਹੀਂ ਚੱਲ ਰਿਹਾ ਔਰ ਉਸ ਦੇ ਸਰੀਰ ਦੇ ਵਿੱਚ ਹੁਣ ਇੰਨੀ ਹਿੰਮਤ ਨਹੀਂ ਰਹਿ ਗਈ, ਨਾ ਸਰੀਰ ਜੋ ਹੈ ਕਮਜ਼ੋਰੀ ਨੂੰ ਸਹਾਰਦਾ ਹੋਇਆ ਨਿਢਾਲ ਹੋ ਚੁੱਕਿਆ ਹੈ, ਨਾ ਸਮਾਂ ਹੀ ਅਨੁਕੂਲ ਹੈ, ਨਾ ਹੀ ਪ੍ਰਸਥਿਤੀਆਂ ਹੀ ਉਸ ਦੇ ਅਨੁਸਾਰੀ ਹਨ, ਅਤੇ ਓੜਕ ਅੰਤ ਜੋ ਹੈ ਹੁਣ ਲੱਗਦਾ ਹੈ ਸੱਸੀ ਦਾ ਅੰਤ ਵੇਲਾ ਆ ਚੁੱਕਿਆ ਹੈ ਕਿਉਂਕਿ ਓੜਕ ਵਕਤ ਅੰਤ ਦੇ ਸਮੇਂ ਕਹਿਰ ਦੀਆਂ ਕੂਕਾਂ ਬੜੀਆਂ ਭਿਆਨਕ ਜੋ ਦਰਦੀਲੀਆਂ ਕੂਕਾਂ ਹਿਰਦੇ ਵੱਧ ਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਵਲੂੰਦਰ ਦੇਣ ਵਾਲੀਆਂ ਕੂਕਾਂ ਉਸ ਦੇ ਦਿਲ ਦੇ ਵਿੱਚੋਂ ਨਿਕਲ ਰਹੀਆਂ ਹਨ। ਸੁਣ ਪੱਥਰ ਢਲ ਜਾਵੇ, ਇੱਥੋਂ ਤੱਕ ਕਿ ਕੋਈ ਪੱਥਰ, ਇਹ ਨਹੀਂ ਕਿ ਪੱਥਰ ਜੋ ਹੈ ਢਲ ਜਾਵੇ, ਭਾਵ ਕੋਈ ਪੱਥਰ ਦਿਲ ਇਨਸਾਨ ਜਿਹੜਾ ਹੈ ਜੇਕਰ ਸੱਸੀ ਦੇ ਉਸ ਵਿਰਲਾਪ ਨੂੰ ਸੁਣ ਲਵੇ ਤਾਂ ਉਹ ਵੀ ਜੋ ਹੈ ਉਹ ਪਿਘਲ ਜਾਵੇ, ਨਰਮ ਹੋ ਜਾਵੇ। ਜਿਸ ਡਾਚੀ ਮੇਰਾ ਪੁੰਨੂ ਖੜਿਆ ਮਰ ਦੋਜ਼ਖ ਵੱਲ ਜਾਵੇ। ਉਹ ਅੰਤ ਵੇਲੇ ਕੀ ਕਹਿ ਰਹੀ ਹੈ
ਕਿ ਜਿਸ ਡਾਚੀ ਮੇਰਾ ਪੁੰਨੂ ਖੜਿਆ, ਭਾਵ ਜਿਸ ਡਾਚੀ ਦੇ ਉੱਤੇ ਸਵਾਰ ਹੋ ਕੇ ਉਸ ਦਾ ਪੁੰਨੂ ਉਸ ਤੋਂ ਦੂਰ ਚਲਿਆ ਗਿਆ ਹੈ, ਮਰ ਦੋਜ਼ਖ ਵੱਲ ਜਾਵੇ, ਉਸ ਡਾਚੀ ਦੇ ਲਈ ਵੀ ਉਹ ਬਦਦੁਆ ਆਪਣੇ ਦਿਲੋਂ ਕੱਢ ਰਹੀ ਹੈ ਕਿ ਉਹ ਵੀ ਮਰ ਜਾਵੇ ਅਤੇ ਮਰ ਕੇ ਉਸ ਨੂੰ ਦੋਜ਼ਖ ਭਾਵ ਨਰਕਾਂ ਦੀ ਪ੍ਰਾਪਤੀ ਹੋਵੇ, ਜਾਂ ਉਸ ਤੀਰ ਲੱਗੇ ਬਿਰਹੋਂ ਦਾ ਵਾਂਗ ਸੱਸੀ ਜਲ ਜਾਵੇ, ਜਾਂ ਫਿਰ ਉਸ ਨੂੰ ਵੀ ਆਪਣੇ ਜੀਵਨ ਦੇ ਵਿੱਚ ਅਗਲੇ ਜਹਾਨ ਦੇ ਵਿੱਚ ਕੋਈ ਅਜਿਹਾ ਵਿਛੋੜੇ ਦਾ ਤੀਰ ਲੱਗੇ ਜਿਸ ਤਰ੍ਹਾਂ ਦਾ ਸੱਸੀ ਨੂੰ ਆਪਣੇ ਪ੍ਰੀਤਮ ਪੁੰਨੂ ਦੇ ਵਿਛੋੜੇ ਦਾ ਦਰਦ ਸਹਾਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਇਹ ਡਾਚੀ ਵੀ ਜੋ ਹੈ ਆਪਣੇ ਪ੍ਰੀਤਮ ਦੇ ਵਿਛੋੜੇ ਦੇ ਵਿੱਚ ਸੱਸੀ ਵਾਂਗ ਤੜਫਦੀ ਹੋਈ ਥਲਾਂ ਦੇ ਵਿੱਚ ਆਪਣੀ ਜਾਨ ਜੋ ਹੈ ਵਿਹਾ ਲਵੇ। ਹਾਸ਼ਮ ਮੌਤ ਪਵੇ ਕਰਵਾਨਾ ਤੁਖਮ ਜ਼ਮੀਨੋਂ ਜਾਵੇ। ਫਿਰ ਉਹ ਉਹਨਾਂ ਕਰਵਾਨਾਂ ਨੂੰ, ਉਹਨਾਂ ਵਪਾਰੀਆਂ ਨੂੰ ਹਾਸ਼ਮ ਕਹਿ ਰਿਹਾ ਹੈ ਕਿ ਬਦਦੁਆ ਦੇ ਰਹੀ ਹੈ। ਹਾਸ਼ਮ ਮੌਤ ਪਵੇ ਕਰਵਾਨਾ, ਭਾਵ ਉਹਨਾਂ ਵਪਾਰੀਆਂ ਦੇ ਲਈ ਬਦਦੁਆ ਦਿੰਦੀ ਹੋਈ ਕਹਿ ਰਹੀ ਹੈ ਕਿ ਉਹਨਾਂ ਨੂੰ ਅਜਿਹੀ ਮੌਤ ਪਵੇ ਕਿ ਤੁਖਮ ਜ਼ਮੀਨੋਂ ਜਾਵੇ, ਭਾਵ ਉਹਨਾਂ ਦਾ ਬੀਜ, ਉਹਨਾਂ ਦਾ ਵੰਸ਼ ਜੋ ਹੈ ਇਸ ਧਰਤੀ ਤੋਂ ਖਤਮ ਹੋ ਜਾਵੇ, ਧਰਤੀ 'ਤੇ ਉਹਨਾਂ ਦੇ ਕੁੱਲ ਦਾ, ਖਾਨਦਾਨ ਦਾ ਕੋਈ ਨਾਮੋ ਨਿਸ਼ਾਨ ਨਾ ਰਹੇ। ਫਿਰ ਦਿਲ ਸਮਝ ਕਰੇ ਲੱਖ ਤੌਬਾ, ਬਹੁਤ ਬੇਅਦਬੀ ਹੋਈ। ਪਰ ਇੰਨੀ ਵੱਡੀ ਬਦਦੁਆ ਦੇਣ ਤੋਂ ਬਾਅਦ ਜਦੋਂ ਉਸਨੂੰ ਅਹਿਸਾਸ ਹੁੰਦਾ ਹੈ ਤਾਂ ਉਹ ਤੋਬਾ ਕਰ ਰਹੀ ਹੈ, ਭਾਵ ਮੁਆਫੀ ਮੰਗ ਰਹੀ ਹੈ ਕਿ ਜਦੋਂ ਉਸਨੇ ਇਸ ਬਦਦੁਆ ਦਾ ਅਰਥ ਜਾਂ ਭਾਵ ਉਸ ਨੂੰ ਸਮਝ ਆਇਆ ਤਾਂ ਉਸ ਵੇਲੇ ਉਹ ਤੋਬਾ ਮੰਗ ਰਹੀ ਹੈ, ਲੱਖ ਲੱਖ ਤੋਬਾ ਮੰਗ ਰਹੀ ਹੈ ਕਿ ਉਸ ਦੀ ਗਲਤੀ ਨੂੰ ਮੁਆਫ ਕਰ ਦਿੱਤਾ ਜਾਵੇ। ਉਸ ਤੋਂ ਤਾਂ ਬਹੁਤ ਬੇਅਦਬੀ, ਬਹੁਤ ਵੱਡਾ ਗੁਨਾਹ ਹੋ ਗਿਆ ਹੈ। ਜਿਸ ਪੁਰ ਯਾਰ ਕਰੇ ਅਸਵਾਰੀ ਤਿਸ ਦੇ ਜੇੜ ਨਾ ਕੋਈ, ਕਿ ਜਿਸ ਡਾਚੀ ਦੇ ਉੱਪਰ ਉਸ ਦਾ ਪ੍ਰੀਤਮ ਪਿਆਰਾ ਪੁੰਨੂ ਜੋ ਹੈ ਅਸਵਾਰੀ ਕਰ ਰਿਹਾ ਹੈ, ਉਸ ਜਿੱਡਾ ਦਾ ਪਵਿੱਤਰ ਕੋਈ ਚੀਜ਼ ਹੋ ਹੀ ਨਹੀਂ ਸਕਦੀ, ਉਸ ਜਿੱਦੀ ਵੱਡੇ ਭਾਗਾਂ ਵਾਲੀ। ਕੋ ਮੈਂ ਵਾਂਗ ਨਿਰਕਰਮਨ ਨਾਹੀਂ, ਕਿਤ ਵੱਲ ਮਿਲੇ ਨਾ ਢੋਹੀ। ਫਿਰ ਉਹ ਆਪਣੇ ਆਪ ਨੂੰ ਬਦਦੁਆ ਦੇ ਰਹੀ ਹੈ ਕਿ ਮੇਰੇ ਜਿਹੀ ਤਾਂ ਮਾੜੇ ਨਸੀਬਾਂ ਵਾਲੀ ਕੌਣ ਹੋ ਸਕਦੀ ਹੈ ਕਿ ਆਪਣੇ ਪ੍ਰੀਤਮ ਪਿਆਰੇ ਦੀ ਪਿਆਰੀ ਜੋ ਡਾਚੀ ਹੈ ਉਸ ਦੇ ਲਈ ਮੈਂ ਆਪਣੇ ਮੂੰਹੋਂ ਅਜਿਹੇ ਬੋਲ ਕੱਢ ਰਹੀ ਹਾਂ। ਮੇਰੇ ਜਿਹਾ ਨਿਕਰਮਨ ਕੌਣ ਹੋ ਸਕਦਾ ਹੈ, ਕਿਤ ਵੱਲ ਮਿਲੇ ਨਾ ਢੋਈ, ਮੈਨੂੰ ਕਿੱਥੇ ਢੋਈ ਮਿਲੇਗੀ, ਭਾਵ ਮੇਰਾ ਜੋ ਹੈ ਕਿੱਥੇ ਮੈਨੂੰ ਸਹਾਰਾ ਮਿਲੇਗਾ। ਹਾਸ਼ਮ ਕੌਂਤ ਮਿਲੇ ਹੱਸ ਜਿਸ ਨੂੰ ਜਾਣ ਸੁਹਾਗਣ ਸੋਈ। ਅੰਤ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਸੀ ਮਨ ਹੀ ਦੇ ਵਿੱਚ ਸੋਚ ਰਹੀ ਹੈ ਕਿ ਕੌਂਤ ਮਿਲੇ ਹੱਸ ਜਿਸ ਨੂੰ, ਕਿ ਉਸ ਦਾ ਪ੍ਰੀਤਮ ਪਿਆਰਾ ਜੋ ਹੈ ਜਿਸ ਦੇ ਨਾਲ ਖੁਸ਼ ਹੈ, ਜਿਸ ਨੂੰ ਹੱਸ ਕੇ ਮਿਲ ਰਿਹਾ ਹੈ, ਭਾਵ ਜੋ ਉਸ ਦੇ ਪ੍ਰੀਤਮ ਪਿਆਰੇ ਦੀ ਖੁਸ਼ੀ ਦਾ ਸਬੱਬ ਬਣਿਆ ਹੈ, ਉਸ ਨਾਲੋਂ ਦਾ ਸੁਹਾਗਣ ਕੌਣ ਹੋ ਸਕਦਾ ਹੈ। ਉਹ ਜੀਵ ਇਸਤਰੀ ਜਿਹੜੀ ਹੈ ਇਸ ਸੰਸਾਰ ਦੇ ਉੱਤੇ ਵੱਡ ਭਾਗੀ ਹੈ, ਉੱਚੇ ਕਰਮਾਂ ਵਾਲੀ ਹੈ, ਜਿਸ ਦਾ ਪ੍ਰੀਤਮ ਪਿਆਰਾ ਜੋ ਹੈ ਉਸ ਦੇ ਦਿਲ ਦੇ ਭਾਵ ਨੂੰ ਸਮਝਦਾ ਹੋਇਆ ਉਸ ਦਾ ਸਾਥ ਦਿੰਦਾ ਹੈ। ਉਸ ਨਾਲੋਂ ਵੱਡਾ ਸੁਹਾਗਣ ਭਾਵ ਵੱਡੇ ਕਰਮਾਂ ਵਾਲਾ ਇਸ ਸੰਸਾਰ 'ਤੇ ਕੌਣ ਹੋ ਸਕਦਾ ਹੈ, ਜਿਸ ਦਾ ਜੀਵਨ ਸਾਥੀ ਉਸ ਦਾ ਸਹਾਰਾ ਹੈ, ਉਸ ਦਾ ਹਰ ਕਦਮ 'ਤੇ ਸਾਥ ਦਿੰਦਾ ਹੈ। ਜਿਸ ਧਰ ਸਿਰ ਧਰ ਖੋਜ ਉੱਤੇ ਗਸ਼ ਆਈ, ਮੌਤ ਸੱਸੀ ਦੀ ਆਈ। ਇਸ ਤਰ੍ਹਾਂ ਉਹ ਅੰਤਿਮ ਜੋ ਸ਼ਬਦ ਸਨ ਆਪਣੇ ਮਨ ਦੇ ਵਿੱਚ ਸੋਚਦਿਆਂ ਹੋਇਆਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਸੀ ਸੋਚਦੀ ਹੈ, ਜਾਂ ਸੱਸੀ ਨੇ ਦੇ ਮਨੋਸਥਿਤੀ ਨੂੰ ਹਾਸ਼ਮ ਸ਼ਾਹ ਬਿਆਨ ਕਰ ਰਿਹਾ ਹੈ ਕਿ ਸਿਰ ਧਰ ਖੋਜ ਉੱਤੇ ਗਸ਼ ਆਈ, ਕਿ ਉਹ ਅੰਤਿਮ ਸ਼ਬਦ ਸੋਚਣ ਤੋਂ ਬਾਅਦ ਜੋ ਹੈ ਸੱਸੀ ਨੇ ਆਪਣਾ ਸਿਰ ਜੋ ਹੈ ਉਸ ਖੋਜ, ਉਸ ਪੈੜ ਚਾਲ ਦੇ ਨਿਸ਼ਾਨ ਦੇ ਉੱਤੇ ਧਰ ਲਿਆ ਹੈ। ਭਾਵ ਉਸ ਨੂੰ ਨਤਮਸਤਕ ਹੋ ਰਹੀ ਹੈ ਅਤੇ ਉੱਥੇ ਹੀ ਉਸ ਨੂੰ ਗਸ਼ ਆ ਜਾਂਦੀ ਹੈ, ਭਾਵ ਬੇਹੋਸ਼ ਹੋ ਜਾਂਦੀ ਹੈ। ਮੌਤ ਸੱਸੀ ਦੀ ਆਈ। ਅਸਲ ਦੇ ਵਿੱਚ ਇਹ ਹੁਣ ਸੱਸੀ ਦਾ ਅੰਤਿਮ ਸਮਾਂ ਕਰੀਬ ਪੁੱਜ ਚੁੱਕਿਆ ਸੀ। ਖੁਸ਼ ਰਹੋ ਯਾਰ ਅਸਾਂ ਤੁਧ ਕਾਰਨ, ਥਲ ਵਿੱਚ ਜਾਨ ਗਵਾਈ। ਅਤੇ ਅੰਤ ਉਸਦੇ ਦਿਲ ਦੇ ਵਿੱਚੋਂ ਕੀ ਦੁਆ ਨਿਕਲਦੀ ਹੈ ਕਿ ਖੁਸ਼ ਰਹੋ ਯਾਰ। ਉਹ ਪ੍ਰੀਤਮ ਪਿਆਰੇ ਪੁੰਨੂ ਦੇ ਲਈ ਇਹ ਦੁਆ ਕਰ ਰਹੀ ਹੈ ਕਿ ਅਸਾਂ ਤਾਂ ਤੇਰੇ ਕਾਰਨ ਜੋ ਹੈ ਇਸ ਮਰੁਸਥਲ ਦੇ ਵਿੱਚ ਆਪਣੇ ਪ੍ਰਾਣਾਂ ਦੀ ਬਾਜੀ ਲਾ ਦਿੱਤੀ ਹੈ। ਡਿੱਗਦੀ ਸਾਰ ਗਿਆ ਦਮ ਨਿਕਲ, ਤਨ ਥੋਂ ਜਾਨ ਸਿਧਾਈ। ਅਤੇ ਡਿੱਗਦਿਆਂ ਸਾਰ ਜੋ ਹੈ ਉਸਦੇ ਸਰੀਰ ਦੇ ਵਿੱਚੋਂ ਦਮ ਭਾਵ ਸਾਹ ਨਿਕਲ ਜਾਂਦੇ ਹਨ, ਉਸਦਾ ਸਰੀਰ ਸਾਹ ਸਤਹੀਨ ਹੋ ਜਾਂਦਾ ਹੈ। ਤਨ ਥੋਂ ਜਾਨ ਸਿਧਾਈ, ਇੱਥੋਂ ਤੱਕ ਕਿ ਉਸਦੇ ਦੇਹ ਦੇ ਵਿੱਚੋਂ, ਸਰੀਰ ਦੇ ਵਿੱਚੋਂ ਜੋ ਰੂਹ ਹੈ ਉਸਦੀ ਨਿਕਲ ਕੇ ਉਡਾਰੀ ਮਾਰ ਜਾਂਦੀ ਹੈ। ਹਾਸ਼ਮ ਕਰ ਲੱਖ ਲੱਖ ਸ਼ੁਕਰਾਨੇ, ਇਸ਼ਕ ਵੱਲੋਂ ਰਹਿ ਆਈ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਸੀ ਨੇ ਅੰਤਿਮ ਪਲ ਜੋ ਹੈ ਲੱਖ ਲੱਖ ਸ਼ੁਕਰਾਨਾ ਕੀਤਾ
ਕਿ ਉਸਨੇ ਆਪਣੇ ਪ੍ਰੀਤਮ ਪਿਆਰੇ ਨੂੰ ਪਾਉਣ ਦੇ ਲਈ ਜੋ ਹੈ ਆਪਣੇ ਅੰਤਿਮ ਸਵਾਸਾਂ ਤੱਕ ਆਪਣੇ ਸਿਦਕ ਨੂੰ ਨਿਭਾਇਆ ਹੈ। ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਹੈ ਜਿਸ ਨੇ ਉਸ ਨੂੰ ਇੰਨੀ ਹਿੰਮਤ ਜਾਂ ਹੌਸਲਾ ਦਿੱਤਾ ਹੈ, ਜਿਸ ਦੇ ਹਿੰਮਤ ਦੇ ਨਾਲ ਹੀ ਉਹ ਇਸ ਭਿਆਨਕ ਮਰੁਸਥਲ ਤੱਕ ਆਪਣੇ ਘਰ ਦੀ, ਪਰਿਵਾਰ ਦੀ, ਸਮਾਜ ਦੀਆਂ ਨਸੀਹਤਾਂ ਦੇ ਬਾਵਜੂਦ ਵੀ ਜੋ ਹੈ ਉਸ ਨੂੰ ਆਪਣੇ ਰੱਬ ਰੂਪ ਪ੍ਰੀਤਮ ਪਿਆਰੇ ਨੂੰ ਪਾਉਣ ਦੇ ਲਈ ਇਸ ਮਰੁਸਥਲ ਦੇ ਵਿੱਚ ਆਪਣੇ ਪ੍ਰਾਣਾਂ ਦੀ ਬਾਜੀ ਲਾ ਗਈ ਹੈ। ਪਰ ਆਪਣੇ ਮਨ ਦੇ ਵਿੱਚ ਉਸਨੇ ਕਿਸੇ ਤਰ੍ਹਾਂ ਦੇ ਕੋਈ ਨਾ ਪੱਖੀ ਖਿਆਲ ਪੈਦਾ ਨਹੀਂ ਹੋਣ ਦਿੱਤੇ। ਕਰ ਕਰ ਧਿਆਨ ਅਯਾਲੀ ਦਿਲ ਵਿੱਚ ਸੋਚ ਕਰੇ ਇਸ ਗੱਲ ਦੀ। ਦੂਜੇ ਪਾਸੇ ਜੋ ਅਯਾਲੀ ਹੈ ਉਹ ਭੇਡਾਂ ਚਾਰਨ ਵਾਲਾ ਦੂਰੋਂ ਦੇਖ ਰਿਹਾ ਹੈ, ਮਨ ਹੀ ਮਨ ਸੋਚ ਰਿਹਾ ਹੈ ਕਿ ਕੀ ਅਸਰਾਰ ਰਹੀ ਡਿੱਗ ਐਵੇਂ ਫੇਰ ਨਹੀਂ ਮੁੜ ਹਲਦੀ। ਕਿ ਇਹ ਕੋਈ ਭਿਆਨਕ ਜੋ ਅਸਰਾਰ ਸੀ, ਭਾਵ ਕੋਈ ਅਜਿਹੀ ਕੋਈ ਪਰਾ ਮਨੁੱਖੀ ਸ਼ਕਤੀ ਸੀ ਜਿਹੜੀ ਇਹ ਡਿੱਗਣ ਦਾ ਨਾਟਕ ਕਰ ਰਹੀ ਹੈ, ਭਾਵ ਮੈਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਲਈ ਕੋਈ ਅਜਿਹਾ ਪ੍ਰਪੰਚ ਰਚਾ ਰਹੀ ਹੈ, ਜਾਂ ਵਾਸਤਵ ਦੇ ਵਿੱਚ ਉਹ ਡਿੱਗ ਪਈ ਹੈ ਅਤੇ ਦੁਬਾਰਾ ਹਿੱਲਣ ਜੋਗੀ ਹੀ ਨਹੀਂ ਰਹੀ। ਮਤ ਕੋਈ ਨਾਰ ਰਹੇ ਮਰ ਪਿਆਸੀ, ਰਾਹ ਪੰਧਾਣੂ ਚੱਲਦੀ। ਫਿਰ ਉਹ ਮਨ ਹੀ ਮਨ ਸੋਚਦਾ ਹੈ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਕੋਈ ਨਾਰ ਜਿਹੜੀ ਹੈ, ਭਾਵ ਕੋਈ ਔਰਤ ਗਲਤੀ ਦੇ ਨਾਲ ਇਸ ਮਰੁਸਥਲ ਦੇ ਵਿੱਚ ਰਾਹ ਜਿਹੜਾ ਹੈ ਉਹ ਭੁੱਲ ਗਈ ਹੋਵੇ, ਭਟਕ ਗਈ ਹੋਵੇ। ਮਤ ਕੋਈ ਨਾਰ ਰਹੇ ਮਰ ਪਿਆਸੀ, ਔਰ ਪਾਣੀ ਦੀ ਅਣਹੋਂਦ ਦੇ ਵਿੱਚ ਪਿਆਸੀ ਹੀ ਜੋ ਹੈ ਇਸ ਸੰਸਾਰ ਤੋਂ ਨੂੰ ਅਲਵਿਦਾ ਕਹਿ ਗਈ ਹੋਵੇ। ਭਾਵ ਉਹ ਮਨ ਹੀ ਮਨ ਡਰ ਰਿਹਾ ਹੈ ਕਿ ਕਿਤੇ ਉਸ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ, ਕਿ ਕੋਈ ਪੰਧਾਣੂ ਰਾਹ ਦੇ ਵਿੱਚ ਕੋਈ ਚੱਲਦੀ ਹੋਈ ਮੁਸਾਫਰ ਜੋ ਹੈ ਮਰੁਸਥਲ ਦੇ ਵਿੱਚ ਰਸਤਾ ਭੁੱਲ ਗਈ ਹੋਵੇ ਅਤੇ ਪਿਆਸ ਦੇ ਕਾਰਨ ਉਸਦੇ ਨੈਣ ਪ੍ਰਾਣ ਜਿਹੜੇ ਨੇ ਉੱਡ ਗਏ ਹੋਣ। ਹਾਸ਼ਮ ਚੱਲ ਵੇਖਾਂ ਕਿ ਡਰਨਾ ਹੁਣ ਹਾਰ ਨਹੀਂ ਟਲਦੀ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਅਯਾਲੀ ਸੋਚਦਾ ਹੈ ਕਿ ਚਲੋ ਕੁਝ ਵੀ ਹੋਵੇ ਹੁਣ ਡਰਨਾ ਨਹੀਂ ਚਾਹੀਦਾ, ਜੋ ਹੋਣਾ ਹੈ ਉਹ ਹੋ ਕੇ ਰਹਿਣਾ ਹੈ। ਭਾਵ ਜੇਕਰ ਮੇਰੇ 'ਤੇ ਕੋਈ ਮੁਸੀਬਤ ਆਉਣੀ ਹੈ ਤਾਂ ਉਹ ਆਉਣੀ ਹੀ ਹੈ, ਉਸ ਤੋਂ ਡਰਨ ਦੀ ਕੀ ਲੋੜ ਹੈ। ਜਾ ਕੇ ਇੱਕ ਵਾਰੀ ਵੇਖਿਆ ਤਾਂ ਜਾਵੇ ਕਿ ਵਾਸਤਵਿਕਤਾ ਕੀ ਹੈ, ਕਿ ਵਾਸਤਵ ਦੇ ਵਿੱਚ ਕੋਈ ਔਰਤ ਤਾਂ ਨਹੀਂ ਹੈ ਜੋ ਤ੍ਰਿਹਾਈ ਇਸ ਮਰੁਸਥਲ ਦੇ ਵਿੱਚ ਮਰ ਗਈ ਹੋਵੇ। ਥਲ ਵਿੱਚ ਗੌਰ ਸੱਸੀ ਦੀ ਕਰਕੇ ਵਾਂਗ ਯਤੀਮ ਨਿਮਾਣੇ। ਫਿਰ ਕਵੀ ਕਹਿ ਰਿਹਾ ਹੈ ਕਿ ਉਹ ਅਯਾਲੀ ਜਦੋਂ ਆ ਕੇ ਦੇਖਦਾ ਹੈ ਤਾਂ ਵਾਕਈ ਉਹ ਸੱਸੀ ਦੀ ਜਿਹੜੀ ਹਾਲਤ ਹੈ ਬੜੀ ਨਾਜ਼ੁਕ ਹੈ। ਅੰਤ ਸੱਸੀ ਦੇ ਪ੍ਰਾਣ ਪੰਖੇਰੂ ਜਦ ਉੱਡ ਜਾਂਦੇ ਹਨ ਤਾਂ ਅਯਾਲੀ ਉੱਥੇ ਪੁੱਜ ਕੇ ਉਸੇ ਥਲ ਮਰੁਸਥਲ ਦੇ ਵਿੱਚ ਇੱਕ ਕਬਰ ਪੁੱਟ ਕੇ ਸੱਸੀ ਨੂੰ ਉਸ ਕਬਰ ਦੇ ਵਿੱਚ ਦਫਨਾ ਦਿੰਦਾ ਹੈ। ਵਾਂਗ ਯਤੀਮ ਨਿਮਾਣੇ, ਅਤੇ ਆਪ ਬੜਾ ਇੱਕ ਨਿਮਾਣਾ ਜਿਹਾ ਯਤੀਮ, ਭਾਵ ਵਾਂਗ ਯਤੀਮ ਨਿਮਾਣੇ, ਭਾਵ ਇਸ ਭਿਆਨਕ ਮਰੁਸਥਲ ਦੇ ਵਿੱਚ ਯਤੀਮ ਜਿਸ ਦਾ ਕੋਈ ਆਪਣਾ ਮਾਤਾ ਪਿਤਾ ਸਗਾ ਸੰਬੰਧੀ ਨਾ ਹੋਵੇ, ਭਾਵ ਉਹ ਔਰਤ ਦੇ ਰੂਪ ਦੇ ਵਿੱਚ ਜੋ ਸੱਸੀ ਸੀ ਉਸ ਮਰੁਸਥਲ ਦੇ ਵਿੱਚ ਜੋ ਯਤੀਮ ਸੀ, ਕਿਉਂਕਿ ਉਹ ਮਰ ਚੁੱਕੀ ਸੀ। ਉਹ ਕਿੱਥੋਂ ਦੀ ਸੀ, ਕਿੱਥੇ ਉਸਨੇ ਜਾਣਾ ਸੀ, ਉਸ ਦਾ ਕੋਈ ਅਤਾ ਪਤਾ ਨਹੀਂ ਸੀ। ਇਸ ਲਈ ਉਸ ਅਯਾਲੀ ਨੇ ਸੱਸੀ ਦੀ ਇੱਕ ਬੇਸਹਾਰਾ ਲਾਸ਼ ਜੋ ਉਸ ਮਰੁਸਥਲ ਦੇ ਵਿੱਚ ਬਣ ਕੇ ਰਹਿ ਗਈ ਸੀ ਸੱਸੀ, ਉਸ ਨੂੰ ਜੋ ਹੈ ਇੱਕ ਕਬਰ ਪੁੱਟ ਕੇ ਉਸ ਦੇ ਵਿੱਚ ਦਫਨਾ ਦਿੱਤਾ। ਗਲ ਖਫਣੀ ਸਿਰ ਪਾ ਬ੍ਰਹਿਣਾ ਬੈਠਾ ਗੌਰ ਸਰਾਣੇ, ਅਤੇ ਉਸ ਦੇ ਗਲ ਦੇ ਵਿੱਚ ਉਸਨੇ ਆਪਣਾ, ਭਾਵ ਇੱਕ ਤਰ੍ਹਾਂ ਦੇ ਨਾਲ ਉਹ ਉਪਰਾਮ ਇੰਨਾ ਹੋ ਜਾਂਦਾ ਹੈ ਕਿ ਉਸੇ ਵਕਤ ਉਸਦੇ ਮਨ ਦੇ ਵਿੱਚ ਅਜਿਹਾ ਗਿਆਨ ਉਪਜਦਾ ਹੈ ਕਿ ਉਹ ਸੰਸਾਰ ਨੂੰ ਤਿਆਗ ਕੇ ਤਿਆਗੀ ਸੰਨਿਆਸੀ ਬਣ ਜਾਂਦਾ ਹੈ, ਅਤੇ ਗਲ ਦੇ ਵਿੱਚ ਇੱਕ ਪੱਲਾ ਪਾ ਕੇ ਸਿਰੋਂ ਨੰਗਾ ਹੋ ਕੇ ਉਸ ਗੌਰ ਦੇ ਸਰਾਣੇ ਬੈਠ ਜਾਂਦਾ ਹੈ। ਇੱਕ ਗੱਲ ਜਾਣ ਲਈ ਜੱਗ ਫਾਨੀ ਹੋਰ ਕਲਾਮ ਨਾ ਜਾਣੇ। ਕਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਉਸ ਅਯਾਲੀ ਨੂੰ ਇੱਕ ਗੱਲ ਦਾ ਤਾਂ ਪੱਕਾ ਯਕੀਨ ਹੋ ਗਿਆ ਕਿ ਇਹ ਸੰਸਾਰ ਜੋ ਹੈ ਨਾਸ਼ਵਾਨ ਹੈ, ਕਿ ਕਿਸ ਤਰ੍ਹਾਂ ਘੜੀ ਪਲ ਪਹਿਲਾਂ ਉਹ ਔਰਤ ਜਿਹੜੀ ਸੀ ਇਸ ਮਰੁਸਥਲ ਦੇ ਵਿੱਚ ਜਿਉਂਦੀ ਜਾਗਦੀ ਜੋ ਹੈ ਭਟਕ ਰਹੀ ਸੀ, ਤੁਰ ਫਿਰ ਰਹੀ ਸੀ, ਅਤੇ ਕੁਝ ਪਲਾਂ ਦੇ ਵਿੱਚ ਹੀ ਉਹ ਮੌਤ ਨੂੰ ਪ੍ਰਾਪਤ ਹੋ ਗਈ ਹੈ। ਅਤੇ ਇਸ ਗੱਲ ਦਾ ਉਸਨੂੰ ਅਹਿਸਾਸ ਹੋ ਜਾਂਦਾ ਹੈ ਅਯਾਲੀ ਨੂੰ ਕਿ ਇਹ ਸੰਸਾਰ ਜੋ ਹੈ ਫਾਨੀ ਹੈ, ਭਾਵ ਨਾਸ਼ਵਾਨ ਹੈ। ਇਸ ਸੰਸਾਰ 'ਤੇ ਜੋ ਵੀ ਜੀਵ ਆਇਆ ਹੈ ਉਸਨੇ ਅੰਤ
ਜੋ ਹੈ ਮੌਤ ਦੇ ਮੂੰਹ ਸਮਾ ਜਾਣਾ ਹੈ। ਭਾਵ ਜੀਵਨ ਅਤੇ ਮੌਤ ਦੋਵੇਂ ਬਿੰਦੂ ਜਿਹੜੇ ਹਨ ਮਨੁੱਖ ਦੇ ਹੱਥ ਵਿੱਚ ਨਹੀਂ ਹਨ। ਨਾ ਉਸ ਦਾ ਜੀਵਨ ਇਸ ਸੰਸਾਰ 'ਤੇ ਆਪਣੀ ਮਰਜ਼ੀ ਅਨੁਸਾਰ ਹੁੰਦਾ ਹੈ ਅਤੇ ਨਾ ਮੌਤ ਹੀ ਆਪਣੀ ਇੱਛਾ ਅਨੁਸਾਰ ਉਸ ਨੂੰ ਮਿਲਦੀ ਹੈ। ਹੋਰ ਕਲਾਮ ਨਾ ਜਾਣੇ, ਭਾਵ ਹੋਰ ਹੁਣ ਉਸ ਨੂੰ ਕੁਝ ਜਾਣਨ ਦੀ ਲੋੜ ਵੀ ਨਹੀਂ ਰਹਿ ਗਈ। ਸਭ ਤੋਂ ਵੱਡਾ ਕਲਾਮ ਜਾਂ ਸਭ ਤੋਂ ਵੱਡੀ ਸੱਚਾਈ ਇਹੀ ਹੈ ਕਿ ਇਹ ਸੰਸਾਰ ਨਾਸ਼ਵਾਨ ਹੈ ਔਰ ਉਸਨੇ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਕੌਤਕ ਹੁੰਦਾ ਵੇਖ ਲਿਆ। ਹਾਸ਼ਮ ਖਾਸ ਫਕੀਰੀ ਇਹ ਪਰ ਇਹ ਕੌਣ ਪਛਾਣੇ। ਪਰ ਹਾਸ਼ਮ ਸ਼ਾਹ ਕਹਿ ਰਿਹਾ ਕਿ ਸਭ ਤੋਂ ਵੱਡੀ ਫਕੀਰੀ ਹੀ ਇਹ ਹੈ ਜਦ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਇਹ ਸੰਸਾਰ ਕੀ ਹੈ ਔਰ ਇਸ ਦਾ ਰਹੱਸ ਕੀ ਹੈ। ਮਨੁੱਖ ਜੋ ਇਸ ਸੰਸਾਰ ਦੇ ਉੱਤੇ ਜੋ ਹੈ ਮੇਰੀ ਕਰਦਾ ਹੋਇਆ ਹਉਮੈ ਦਾ ਸ਼ਿਕਾਰ ਹੋਇਆ ਇਸ ਸੰਸਾਰ ਦਾ ਮਾਲਕ ਬਣਨ ਦੀ ਕੋਸ਼ਿਸ਼ ਕਰਦਾ ਹੈ, ਪਰ ਅੰਤ ਜੋ ਹੈ ਉਸਦੀ ਆਪਣੀ ਡੋਰ ਵੀ ਉਸਦੇ ਹੱਥ ਵਿੱਚ ਨਹੀਂ ਰਹਿ ਜਾਂਦੀ। ਹਾਸ਼ਮ ਖਾਸ ਫਕੀਰੀ ਇਹ ਭਾਵ ਜਦੋਂ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ, ਇਹੀ ਸਭ ਤੋਂ ਵੱਡੀ ਫਕੀਰੀ ਹੈ, ਸਭ ਤੋਂ ਵੱਡੀ ਭਗਤੀ ਹੈ। ਪਰ ਇਹ ਕੌਣ ਪਛਾਣੇ। ਪਰ ਇਸ ਦੀ ਪਛਾਣ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ। ਹਰ ਕੋਈ ਇਸ ਫਕੀਰੀ ਦੇ ਰਹੱਸ ਤੋਂ ਭੇਦ ਤੋਂ ਵਾਕਿਫ ਨਹੀਂ ਹੋ ਸਕਦਾ। ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਹੈ ਇਸ ਸਾਡੇ ਵਿਦਿਆਰਥੀਆਂ ਨੂੰ ਇਸ ਗੱਲ ਦਾ ਪੂਰਾ ਗਿਆਨ ਹੋ ਗਿਆ ਹੈ ਕਿ ਹਾਸ਼ਮ ਸ਼ਾਹ ਦਾ ਕਿੱਸਾ ਜੋ ਸੱਸੀ ਪੁੰਨੂ ਹੈ, ਕਿਸ ਤਰ੍ਹਾਂ ਸੱਸੀ ਜੋ ਹੈ ਸੰਸਾਰ ਦੇ ਵਿੱਚ ਘਰ ਪਰਿਵਾਰ ਸੰਸਾਰ ਦੇ ਨਾਲ ਜੋ ਹੈ ਟੱਕਰ ਲੈਂਦਿਆਂ ਹੋਇਆਂ ਅੰਤ ਆਪਣੀ ਮਨ ਮਰਜ਼ੀ ਦੀ ਮਾਲਕ ਬਣ ਕੇ ਕਿਸ ਤਰ੍ਹਾਂ ਬਿਖੜੇ ਪੈਂਡੇ 'ਤੇ ਤੁਰ ਕੇ ਅੰਤ ਮੌਤ ਨੂੰ ਪ੍ਰਾਪਤ ਹੋ ਜਾਂਦਾ।